स्वागत है जी एक बार फिर आप सब ਦਾ ਅੱਜ ਦੇ ਇਸ ਰਿਲੀਜੀਅਸ ਸੈਕਿੰਡ ਵਿੱਚ। ਇਹ ਸਾਲ ਗਦਰੀ ਬਾਬਿਆਂ ਦੀ ਸ਼ਤਾਬਦੀ ਅਸੀਂ ਮਨਾ ਰਹੇ ਹਾਂ ਤੇ ਹਰ ਪਾਸੇ ਬਹੁਤ ਸਾਰੇ ਸੈਮੀਨਾਰਸ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਕਿ ਗਦਰੀ ਬਾਬਿਆਂ ਦੀ ਕੀ ਦੇਣ ਹੈ ਤੇ ਉਹਨਾਂ ਦੀ ਹੀ ਬਦੌਲਤ ਅੱਜ ਅਸੀਂ ਕੈਨੇਡਾ ਵਿੱਚ ਮਾਣ ਮਾਣ ਰਹੇ ਹਾਂ। ਗਦਰੀ ਬਾਬੇ ਕਿਹੜੀ ਚੀਜ਼ ਤੋਂ ਪ੍ਰੇਰਿਤ ਹੋਏ ਸਨ, ਕਿਹੜੀ ਚੀਜ਼ਾਂ ਨੇ ਉਹਨਾਂ ਨੂੰ ਪਰਿਵਰਤਨ ਉਹਨਾਂ ਦੀ ਜ਼ਿੰਦਗੀ ਵਿੱਚ ਲਿਆਂਦਾ ਅਤੇ ਕੀ ਉਹ ਗੁਰਮਤ ਤੋਂ ਪ੍ਰੇਰਿਤ ਹੋਏ ਸੀ। ਇਸੇ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਮੇਰਾ ਸਾਥ ਦੇਣਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸਭਰਾ ਜੀ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ, ਅੱਜ ਕੱਲ੍ਹ ਕੈਨੇਡਾ ਦੀ ਫੇਰੀ ਤੇ ਆਏ ਹੋਏ ਨੇ ਤੇ ਇਹਨਾਂ ਕੋਲੋਂ ਅੱਜ ਜਾਣਕਾਰੀ ਲੈਂਦੇ ਹਾਂ ਕਿ ਗਦਰੀ ਬਾਬਿਆਂ ਨੇ ਕਿਹੜੀ ਚੀਜ਼ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਸੀ ਤੇ ਕਿੰਨਾ ਕੁ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਪਾਰੂ ਹੋਇਆ ਸੀ। ਸਵਾਗਤ ਕਰਦੇ ਹਾਂ ਹਰਜਿੰਦਰ ਸਿੰਘ ਸਭਰਾ ਜੀ ਦਾ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗਦਰੀ ਬਾਬਿਆਂ ਦੀ ਜਦ ਅਸੀਂ ਗੱਲ ਕਰਦੇ ਹਾਂ ਜੀ ਤੇ ਗਦਰੀ ਬਾਬਿਆਂ ਦੇ ਬਾਰੇ ਅੱਜ ਜੋ ਸਾਡੇ ਭਾਈਚਾਰੇ 'ਚ ਦੋ ਤਿੰਨ ਚੀਜ਼ਾਂ ਨਜ਼ਰ ਆ ਰਹੀਆਂ ਨੇ। ਇੱਕ ਪੱਖਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਧਾਰਮਿਕ ਜੋ ਉਹਨਾਂ ਦਾ ਸੀ ਇਹ ਸ਼ੋਅ ਕਰੀਏ ਕਿ ਉਹ ਧਾਰਮਿਕ ਸੀ ਅਤੇ ਉਹ ਪ੍ਰੇਰਿਤ ਹੋਏ ਸੀ ਗੁਰੂ ਗ੍ਰੰਥ ਸਾਹਿਬ ਤੋਂ, ਪਰ ਦੂਸਰੇ ਪਾਸੇ ਇੱਕ ਸੈਕੂਲਰ ਇਮੇਜ ਜੋ ਹੈ ਉਹ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਤੇ ਜੋ ਉਹਨਾਂ ਦਾ ਧਾਰਮਿਕ ਜੀਵਨ ਸੀ ਜਾਂ ਕੋਈ ਸੀ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਾਂ ਪਿਛੋਕੜ ਉਹਨੂੰ ਪਿੱਛੇ ਸੁੱਟਿਆ ਜਾ ਰਿਹਾ ਤੇ ਇਹ ਪ੍ਰੈਜ਼ੈਂਟ ਕੀਤਾ ਜਾ ਰਿਹਾ ਨਹੀਂ ਇਹ ਬੜੇ ਸੈਕੂਲਰ ਸਨ, ਇਹ ਹਰ ਇੱਕ ਧਰਮ ਨੂੰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਸਨ, ਇਹ ਪਾਰਟੀਕੂਲਰਲੀ ਸਿੱਖ ਨਹੀਂ ਸਨ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਜਿਹੜੀ ਤੁਸੀਂ ਰਿਸਰਚ ਕੀਤੀ ਹੈ, ਜੋ ਪੜ੍ਹਿਆ ਹੈ, ਇਹਨਾਂ ਦੇ ਜੀਵਨ ਵਿੱਚ ਕੀ ਕੁਝ ਸੀ ਜਿਸ ਚੀਜ਼ ਨੇ ਇਹਨਾਂ ਨੂੰ ਪ੍ਰੇਰਿਤ ਕੀਤਾ ਇੰਨੇ ਵੱਡੇ ਸਟੈਪਸ ਲੈਣ ਲਈ? ਪਹਿਲੀ ਤਾਂ ਗੱਲ ਜੀ ਕਿ ਸਿੱਖ ਹੋਣ ਦਾ ਮਤਲਬ ਇਹ ਨਹੀਂਗਾ ਕਿ ਸਿੱਖ ਦੇ ਵਿੱਚੋਂ ਸੈਕੂਲਰ ਸੋਚ ਘਟ ਜਾਂਦੀ ਆ। ਗੁਰਮਤ ਵਿੱਚੋਂ ਜੋ ਸਾਨੂੰ ਪਹਿਲਾ ਉਪਦੇਸ਼ ਮਿਲਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਲਾਈਫ ਆ ਜਾਂ ਸਟਰਗਲ ਆ ਉਹਨਾਂ ਦਾ, ਉਹਦੇ ਤੋਂ ਸਾਂਝੀਵਾਲਤਾ, ਬਿਲਕੁਲ ਬਰਾਬਰਤਾ, ਭਾਈਚਾਰਾ, ਇਹ ਉਹਨਾਂ ਦੀ ਬਾਣੀ ਚੋਂ ਵੀ ਸਾਨੂੰ ਦਿਸ ਰਿਹਾ ਔਰ ਉਹਨਾਂ ਨੇ ਅਪਲਾਈ ਵੀ ਕੀਤਾ ਸਮਾਜ ਵਿੱਚ ਉਹਨੂੰ ਸਥਾਪਿਤ ਕਰਨ ਵਾਸਤੇ। ਜਿਹੜੀ ਗਦਰੀ ਬਾਬਿਆਂ ਦੀ ਅਸੀਂ ਗੱਲ ਕਰਦੇ ਹਾਂ, ਇਸ ਗੱਲ ਤੇ ਤਾਂ ਕੋਈ ਇਤਰਾਜ਼ ਨਹੀਂ ਵੀ ਉਹ ਨਿਰਪੱਖ ਸਨ, ਕਿਉਂਕਿ ਸਿੱਖੀ ਨਿਰਪੱਖਤਾ ਦਾ ਇੱਕ ਨਮੂਨਾ ਵਾ ਜੀ। ਗੁਰਦੁਆਰੇ 'ਚ ਆ ਕੇ ਹਰ ਕੋਈ ਲੰਗਰ ਛਕ ਸਕਦਾ, ਮੱਥਾ ਟੇਕ ਸਕਦਾ, ਕੋਈ ਵੀ ਬਾਣੀ ਪੜ੍ਹ ਸਕਦਾ, ਕੋਈ ਵੀ ਇਹਨੂੰ ਧਾਰਨ ਕਰ, ਕੋਈ ਪਾਬੰਦੀ ਨਹੀਂ। ਇਹ ਸਾਡੇ ਅੱਜ ਦੇ ਚੌਧਰੀਆਂ ਤੇ ਨਾ ਜਾਓ। ਅਸੀਂ ਸਿੱਖੀ ਦੀਆਂ ਜਿਹੜੀਆਂ ਮੋਰਲ ਵੈਲਿਊ ਆ, ਜਿਹੜੇ ਉਹਨਾਂ ਦੇ ਫੰਡਾਮੈਂਟਲ, ਅਸੀਂ ਉਹਦੀ ਗੱਲ ਕਰ ਰਹੇ ਹਾਂ। ਤਾਂ ਉਹਨੂੰ ਅਪਲਾਈ ਕਰਨ 'ਚ ਕਈ ਕੁਝ ਲੋਕ ਕਰ ਦਿੰਦੇ ਨੇ, ਪਰ ਜਿਹੜੇ ਗਦਰੀ ਬਾਬੇ ਨੇ ਉਹ ਨਿਰਪੱਖ ਨੇ। ਸਾਂਝੀਵਾਲਤਾ, ਸਾਰਿਆਂ ਦਾ ਭਲਾ, ਕੁਰਬਾਨੀ, ਤਿਆਗ, ਇਹ ਉਹਨਾਂ ਦੇ ਵਿੱਚ ਨੇ। ਇਹਨਾਂ ਗੱਲਾਂ ਤੋਂ ਸੈਕੂਲਰ ਨੇ ਇਸ ਗੱਲ ਤੋਂ ਤਾਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ। ਪਰ ਪ੍ਰੋਬਲਮ ਕਿੱਥੇ ਆ, ਜਦੋਂ ਉਹਨਾਂ ਨੂੰ ਇਹ ਸਾਬਤ ਕਰਨ ਦੀ, ਸੈਕੂਲਰ ਹੋਣ ਤੋਂ ਅੱਗੇ ਜਦੋਂ ਸਫ਼ਰ ਉਹ ਕਰਦੇ ਨੇ ਸੱਜਣ ਜਿਹੜੇ ਉਹਨਾਂ ਦੇ ਬਾਰੇ ਗੱਲਾਂ ਲਿਖਦੇ ਨੇ, ਉਹਨਾਂ ਦਾ ਸਫ਼ਰ ਇਹ ਹੁੰਦਾ ਵਾ, ਮੰਜ਼ਿਲ ਇਹ ਹੁੰਦੀ ਆ ਵੀ ਅਸੀਂ ਇਹ ਸਿੱਧ ਕਰਨਾ ਵੀ ਗਦਰੀ ਬਾਬੇ ਸਿੱਖ ਨਹੀਂ ਸਨ। ਸਾਡਾ ਪੁਆਇੰਟ ਇਹ ਆ। ਤਾਂ ਉਹ ਸਿੱਖ ਨਹੀਂ ਸਨ, ਉਹ ਇਹ ਸਾਬਤ ਕਰਨ ਦੀ ਕੋਸ਼ਿਸ਼। ਇਹਦੇ ਲਈ ਉਹਨਾਂ ਕੋਲ ਬੜਾ ਜੀ, ਵੇਖੋ ਜੀ, ਉਹ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਣਾਏ ਸਨ। ਕਿਸੇ ਕਮਿਊਨਿਸਟ ਵਿਚਾਰਧਾਰਾ ਮਗਰੋਂ ਆਈ, ਗਦਰ ਲਹਿਰ ਪਹਿਲਾਂ ਸ਼ੁਰੂ ਹੋਈ ਜੀ, ਠੀਕ ਆ। ਕਮਿਊਨਿਸਟ ਵਿਚਾਰਧਾਰਾ ਉਹਨਾਂ ਤੱਕ ਜਦੋਂ ਪਹੁੰਚੀ, ਬਹੁਤ ਲੇਟ ਪਹੁੰਚੀ। ਗਦਰ ਲਹਿਰ ਬੜੀ ਪਹਿਲਾਂ ਸ਼ੁਰੂ ਹੋਈ ਜੀ। ਗਦਰ ਦੀ ਗੂੰਜ ਜਦੋਂ ਅਖਬਾਰ ਨਿਕਲਦਾ, ਉਹਦੇ ਉੱਤੇ ਬਾਣੀ ਦੀ ਪੰਕਤੀ ਛਪਦੀ ਆ, ਇੱਕ ਓਂਕਾਰ ਸ਼ਬਦ। ਇਹ ਸਭ ਚੀਜ਼ਾਂ ਨੇ। ਗੁਰਦੁਆਰਾ ਸਾਹਿਬਾਨਾਂ 'ਚ ਅਰਦਾਸਾਂ ਹੁੰਦੀਆਂ ਨੇ, ਗੁਰਦੁਆਰੇ 'ਚ ਮੀਟਿੰਗਾਂ ਹੁੰਦੀਆਂ। ਮੈਨੂੰ ਤੁਸੀਂ ਦੱਸੋ ਕਿਹੜਾ ਧਰਮ ਸਥਾਨ ਇੰਨਾ ਓਪਨ ਕੀਤਾ ਗਿਆ ਵਾ ਇਹੋ ਜਿਹੀਆਂ ਲਹਿਰਾਂ ਵਾਸਤੇ? ਗੁਰਦੁਆਰਾ ਓਪਨ ਕੀਤਾ ਗਿਆ ਜੀ। ਉਹਨਾਂ ਦੇ ਵਿੱਚੋਂ ਆਪਾਂ ਭਾਈ ਭਾਗ ਸਿੰਘ ਕੈਨੇਡੀਅਨ ਦਾ ਜੀਵਨ ਪੜ੍ਹਦੇ ਹਾਂ, ਮੇਵਾ ਸਿੰਘ ਲੋਪੋਕੇ ਦਾ ਜੀਵਨ ਪੜ੍ਹਦੇ ਹਾਂ। ਇਹ ਸਾਰੇ ਐਸੇ ਸੱਜਣ ਨੇ ਜਿਨ੍ਹਾਂ ਨੇ ਬੜਾ ਯੋਗਦਾਨ ਪਾਇਆ ਉਹਦੇ ਵਿੱਚ। ਹੁਣ ਕਿਵੇਂ ਸਾਬਤ ਕਰ ਦਿਓਗੇ ਵੀ ਇਹ ਸਿੱਖ ਧਰਮ ਨੂੰ ਬਿਲੋਂਗ ਨਹੀਂ ਕਰਦੇ ਜਾਂ ਗੁਰਮਤ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ? ਅਸੀਂ ਉਹਨਾਂ ਦੇ ਵਿਸ਼ਵਾਸ ਨੂੰ ਆਪਣੀਆਂ ਦਲੀਲਾਂ ਨਾਲ ਬਦਲਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਾਂ ਅੱਜ ਦੇ ਸਮੇਂ? ਫਿਰ ਅਸੀਂ ਬਾਬਾ ਵਿਸਾਖਾ ਸਿੰਘ ਨੂੰ ਕੀ ਕਹਿ ਦਿਆਂਗੇ? ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਡਿਊਟੀ ਵੀ ਉਹਨਾਂ ਨੇ ਨਿਭਾਈ। ਏਡੀ ਵੱਡੀ ਪਰਫੈਕਟ ਦਲੀਲ ਹੁੰਦਿਆਂ ਹੋਇਆਂ ਵੀ ਸਾਡੇ ਕੋਲ ਅਸੀਂ ਜਾਣ ਬੁੱਝ ਕੇ, ਮੈਂ ਸਮਝਦਾ ਇਹ ਦੋਸ਼ ਕਈ ਵਾਰ ਲਾਇਆ ਜਾਂਦਾ ਵੀ ਜਿਹੜੇ ਧਾਰਮਿਕ ਲੋਕ ਹੁੰਦੇ ਬੜੇ ਤੰਗ ਦਿਲ ਤੇ ਕੱਟੜ ਹੁੰਦੇ ਨੇ ਜੀ। ਇਹ ਗੱਲ ਆਪਣੀ ਜਗ੍ਹਾ ਤੇ ਸਹੀ ਹੋ ਸਕਦੀ ਆ। ਸਿੱਖ ਨੂੰ ਗੁਰੂ ਸਾਹਿਬ ਨੇ ਪ੍ਰਪੱਕ ਬਣਾਇਆ ਤੇ ਖੁੱਲੇ ਦਿਲ ਦਾ ਬਣਾਇਆ। ਉਹ ਨਾ ਤਾਂ ਕੱਟੜਾ ਔਰ ਨਾ ਤੰਗ ਦਿਲ ਹੋ ਸਕਦਾ। ਅਗਰ ਕੋਈ ਹੈ ਤਾਂ ਇਹਦਾ ਮਤਲਬ ਗੁਰਮਤ ਨੂੰ ਅਪਲਾਈ ਨਹੀਂ ਕਰ ਰਿਹਾ ਆਪਣੇ ਉੱਤੇ, ਇਹ ਉਹਦੀ ਪਰਸਨਲ ਪ੍ਰੋਬਲਮ ਹੋ ਸਕਦੀ। ਪਰ ਮੈਂ ਕਈ ਵਾਰ ਸੋਚਦਾ ਵੀ ਜਿਹੜੇ ਸੱਜਣ ਧਰਮ ਵਿਰੋਧੀ ਨੇ, ਧਰਮ ਸ਼ਬਦ ਨਾਲ ਹੀ ਨਫ਼ਰਤ ਕਰਦੇ ਨੇ, ਉਹਨਾਂ ਨੂੰ ਤਾਂ ਖੁੱਲੇ ਦਿਲ ਵਾਲੇ ਹੋਣਾ ਚਾਹੀਦਾ ਸੀ। ਇੰਨਾ ਤਾਂ ਅਸੈਪਟ ਉਹ ਕਰਦੇ ਵੀ ਜੋ ਦਿਸ ਰਿਹਾ ਉਹਨੂੰ ਤੇ ਅਸੈਪਟ ਕਰਨ, ਪਰ ਨਹੀਂ ਉਹਨੂੰ ਵੀ ਬਦਲਣ ਤੇ ਲੱਗੇ। ਤਾਂ ਇਹ ਬਿਮਾਰੀ ਮੈਂ ਸਮਝਦਾ ਕਾਮਨ ਆ।
ਜੇ ਇਹ ਧਰਮ ਨੂੰ ਮੰਨਣ ਵਾਲਿਆਂ ਦੇ ਵੀ ਕੁਝ % ਲੋਕਾਂ 'ਚ ਆ ਨਾ, ਤੇ ਧਰਮ ਦੇ ਵਿਰੋਧੀਆਂ ਦੇ ਵਿੱਚ ਵੀ ਇਹ ਬਿਮਾਰੀ ਕਾਮਨ ਆ, ਤਾਂ ਇਹ ਸਾਰੇ ਮੈਂ ਸਮਝਦਾ ਵੀ ਇਸ ਰੋਗ ਤੋਂ ਪੀੜਤ ਅਸੀਂ ਹੁੰਦੇ ਆ ਕਿ ਅਸੀਂ ਆਪਣੀ ਮਰਜ਼ੀ ਨਾਲ ਇਤਿਹਾਸ ਨੂੰ ਗੇੜਾ ਦੇਣ ਦੀ ਕੋਸ਼ਿਸ਼ ਕਰਦੇ ਆ, ਦੂਜੇ ਦੀ ਤਸਵੀਰ ਨੂੰ ਬਦਲਣ ਦੀ ਕੋਸ਼ਿਸ਼, ਕਿਉਂਕਿ ਅਸੀਂ ਚਾਹੁੰਦੇ ਸਾਡੇ ਜਿਵੇਂ ਸਾਡੇ ਕਰਮਕਾਂਡੀ ਨੇ ਨਾ, ਉਹ ਗੁਰੂ ਸਾਹਿਬਾਨਾਂ ਨੂੰ ਆਪਣੇ ਢੰਗ ਦਾ ਬਣਾ ਕੇ ਪੇਸ਼ ਕਰਦੇ ਨੇ, ਇਸੇ ਤਰ੍ਹਾਂ ਹੀ ਇਹ ਵੀ ਇੱਕ ਗੱਲ ਆ। ਦੂਜੀ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਵੀ ਅਸੀਂ ਬਾਬਾ ਸੋਹਣ ਸਿੰਘ ਭਕਨਾ ਦੀ ਜਿਹੜੀ ਜ਼ਿੰਦਗੀ ਦੀ, ਉਹਨਾਂ ਦੀ ਲਾਈਫ ਦੀ ਜੋ ਸਟਰਗਲ ਆ, ਜੋ ਉਹਨਾਂ ਦਾ ਜੀਵਨ ਆ, ਉਹਨਾਂ ਦੀ ਪੁਸਤਕ ਛਪੀ ਹੋਈ ਆ ਮੇਰੀ ਰਾਮ ਕਹਾਣੀ। ਅੱਛਾ ਜੀ। ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀ। ਉਹਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜਿਹੜਾ ਪੁਆਇੰਟ ਮਿਲਿਆ, ਮੋੜ ਮਿਲਿਆ, ਉਹ ਕਹਿੰਦੇ ਨੇ ਮੈਨੂੰ ਇੱਕ ਗੁਰਸਿੱਖ ਸੱਜਣ, ਉਹ ਮਹਾਤਮਾ ਕਰਕੇ ਲਿਖਦੇ ਨੇ ਉਹਨੂੰ। ਹੁਣ ਸਾਨੂੰ ਇਸ ਸ਼ਬਦ ਨਾਲ ਵੀ ਚਿੜ ਹੋ ਸਕਦੀ ਆ, ਉਹਨਾਂ ਨੇ ਖੁਦ ਆਪਣੀ ਕਲਮ ਨਾਲ ਲਿਖਿਆ ਔਰ ਇਹ ਛਪੀ ਹੋਈ ਚੀਜ਼ ਆ, ਉਹਦੇ ਉੱਤੇ ਉਟੰਕਣ ਨਹੀਂ ਹੋ ਸਕਦਾ। ਉਹਨਾਂ ਨੇ ਇਹ ਗੱਲ ਲਿਖੀ ਹੋਈ ਆ। ਫਿਰ ਅਸੀਂ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਦਾ ਜੀਵਨ ਪੜ੍ਹੀਏ, ਬਾਬਾ ਗੁਰਮੁਖ ਸਿੰਘ ਲਲਤੋਂ ਵਰਗਿਆਂ ਦਾ ਜਿਹੜੀ ਉਹਨਾਂ ਦੀ ਲਾਈਫ ਦੀ ਹਿਸਟਰੀ ਆ, ਉਹਨੂੰ ਪੜ੍ਹਨ ਦੀ ਕੋਸ਼ਿਸ਼। ਸਭ ਕੁਝ ਅੱਜ ਤੱਕ ਲਿਖਤਾਂ 'ਚ ਮੌਜੂਦ ਆ, ਸਾਨੂੰ ਕਿਸੇ ਕੋਈ ਕਥਾ ਕਹਾਣੀ ਕਿਸੇ ਕੋਲੋਂ ਨਹੀਂ ਸੁਣਨੀ ਪੈਣੀ, ਆਪ ਹੀ ਅਸੀਂ ਉਹਨਾਂ ਦਾ ਅਧਿਐਨ ਕਰਨਾ। ਤਾਂ ਸਾਨੂੰ ਇਹਨਾਂ ਤੋਂ ਅੱਖਾਂ ਨਹੀਂ ਮੀਟਣੀਆਂ ਚਾਹੀਦੀਆਂ। ਤਾਂ ਜਿਹੜੇ ਮੈਂ ਇੱਥੋਂ ਤੱਕ ਵੇਖਦਾ, ਜੇਲ੍ਹਾਂ ਦੇ ਵਿੱਚ ਕਿਰਪਾਨਾਂ ਤੋਂ, ਕਸ਼ਹਿਰਿਆਂ ਤੋਂ, ਦਸਤਾਰਾਂ ਤੋਂ ਜਿਹੜੇ ਬੰਦੇ ਭੁੱਖ ਹੜਤਾਲਾਂ ਕਰ ਦਿੰਦੇ, ਤੁਸੀਂ ਉਹਨਾਂ ਨੂੰ ਕਿਵੇਂ ਵੀ ਉਹਨਾਂ ਦੇ ਜਦੋਂ ਉਹਨਾਂ ਦੇ ਵਿਸ਼ਵਾਸ ਨੂੰ ਸੱਟ ਵੱਜੀ, ਉਹੀ ਉਹਨਾਂ ਦਾ ਨਿੱਜੀ ਉਹ ਇਹ ਸਮਝਦੇ ਸਨ, ਜਦੋਂ ਉਹਨਾਂ ਨੇ ਓਰੇਗਨ ਦੇ ਵਿੱਚ ਸਭ ਤੋਂ ਪਹਿਲਾਂ ਅਮਰੀਕਾ, ਜਦੋਂ ਗਦਰ ਲਹਿਰ ਦੀ ਸ਼ੁਰੂਆਤ ਜਿੱਥੋਂ ਗੱਲ ਚੱਲੀ ਸੀਗੀ, ਜਦੋਂ ਉਹਨਾਂ ਨੇ ਗਦਰ ਲਹਿਰ ਜਿਹੜੀ ਇੱਕ ਹਿੰਦੀ ਐਸੋਸੀਏਸ਼ਨ ਤੋਂ ਬਾਅਦ ਇੱਕ ਬਣਾਈ, ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਸੀ, ਉਹਨਾਂ ਨੇ ਇਹ ਕਿਹਾ ਧਰਮ ਹਰ ਬੰਦੇ ਦਾ ਨਿੱਜੀ ਮਸਲਾ, ਕਿਉਂਕਿ ਉਹ ਇੱਕ ਸਾਂਝੀ ਆਰਗੇਨਾਈਜੇਸ਼ਨ ਬਣਾ ਰਹੇ ਸਨ। ਉਹਦੇ ਚੋਂ ਕਿਸੇ ਧਰਮ ਨੂੰ ਟਾਰਗੇਟ ਕਰਕੇ ਜਾਂ ਕਿਸੇ ਧਰਮ ਨੂੰ ਜ਼ਬਰਦਸਤੀ ਥੋਪਣ ਦੇ ਹੱਕ ਵਿੱਚ ਨੇ। ਇਹ ਉਹਨਾਂ ਦੀ ਨਿਰਪੱਖ ਸੋਚ ਦਾ ਇੱਕ ਨਮੂਨਾ। ਪਰ ਜਿਹੜੀ ਉਹਨਾਂ ਦੀ ਲਿਖਤ ਆਪਣੇ ਜੀਵਨ ਦੇ ਹਾਲਾਤ ਆ, ਉਹ ਤੋਂ ਪਤਾ ਲੱਗ ਜਾਂਦਾ ਵੀ ਉਹਨਾਂ ਦੇ ਵਿਸ਼ਵਾਸ ਕਿੰਨਾਂ ਗੱਲਾਂ ਵਿੱਚ ਸਨ, ਉਹ ਕਿਹੜੀ ਚੀਜ਼ ਨੂੰ ਅਸੈਪਟ ਕਰਕੇ, ਉਹਨਾਂ ਦੇ ਪਿੱਛੇ ਪ੍ਰੇਰਨਾ ਕਿਹੜੀ ਚੀਜ਼ ਦੀ ਆ, ਉਹਨਾਂ ਦਾ ਮਕਸਦ ਕੀ ਆ। ਆਜ਼ਾਦੀ, ਜ਼ੁਲਮ ਤੋਂ ਛੁਟਕਾਰਾ, ਲੋਕਾਂ ਦੇ ਹੱਕ ਹਕੂਕ ਬਹਾਲ ਹੋਣ ਉਸ ਦੇਸ਼ ਦੇ ਅੰਦਰ, ਇਹ ਚੀਜ਼ਾਂ ਉਹਨਾਂ ਨੂੰ ਸਦਾ ਹੀ ਇਸ ਮਕਸਦ ਵੱਲ ਪ੍ਰੇਰਿਤ ਕਰਦੀਆਂ ਰਹੀਆਂ। ਔਰ ਪ੍ਰੇਰਨਾ ਸੀ ਉਹਨਾਂ ਦਾ ਜੋ ਪਿਛੋਕੜ ਆ ਆਪਣੇ ਜੀਵਨ ਦਾ, ਉਹਨਾਂ ਨੂੰ ਪਰਿਵਾਰ 'ਚ ਜੋ ਵਿਰਸਾ ਮਿਲਿਆ, ਜੋ ਉਹਨਾਂ ਨੂੰ ਹੁਣ ਅਸੀਂ ਇਹ ਗੱਲ ਤਾਂ ਕੋਈ ਵੀ ਨਹੀਂ ਕਹਿ ਸਕਦਾ ਵੀ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਨ, ਉਹ ਬੜੀ ਨੌਲੇਜ, ਬੜੀਆਂ ਲਾਇਬ੍ਰੇਰੀਆਂ ਉਹਨਾਂ ਛਾਣੀਆਂ ਸੀ। ਉਹਨਾਂ 'ਚੋਂ ਬਹੁਤੇ ਜਿਹੜੇ ਬਾਬੇ ਸੀਗੇ, ਉਹਨਾਂ ਨੂੰ ਮੁੱਢਲੀ ਅੱਖਰ ਵਿੱਦਿਆ ਦਾ ਗਿਆਨ ਸੀਗਾ, ਪਰ ਪ੍ਰੇਰਨਾ ਉਹਨਾਂ ਨੂੰ ਕਿਹੜੀ ਸੀਗੀ? ਉਹਨਾਂ 'ਚੋਂ ਬਹੁਤਿਆਂ ਨੇ ਤਾਂ ਉਦੋਂ ਲੈਨਨ ਦਾ ਜਾਂ ਮਾਰਕਸ ਦਾ ਇਹ ਚੀਜ਼ਾਂ ਦੇ ਕਿੱਥੇ ਗ੍ਰੰਥ ਪੜ੍ਹੇ ਸਨ ਉਹਨਾਂ ਨੇ, ਪਰ ਉਹਨਾਂ ਦੇ ਕੋਲ ਇੱਕ ਪ੍ਰੇਰਨਾ ਸੀਗੀ ਆਜ਼ਾਦੀ ਦੇ ਲਈ, ਜ਼ੁਲਮ ਦੇ ਖਿਲਾਫ ਜੂਝਣਾ, ਹੱਕਾਂ ਲਈ, ਮਨੁੱਖਤਾ ਨਾਲ ਪਿਆਰ ਕਰਨ ਵਾਲੀ ਗੱਲ। ਇਹ ਵਿਰਸੇ 'ਚੋਂ ਮਿਲਦੀਆਂ ਨੇ ਚੀਜ਼ਾਂ। ਇੱਕ ਦਿਨ ਤੁਸੀਂ ਜੇ ਮੇਰੇ ਕੋਲ ਕੋਈ ਚੀਜ਼ ਵਿਰਸੇ ਦੇ ਰੂਪ 'ਚ ਹੈ ਹੀ ਨਹੀਂ, ਤੁਸੀਂ ਮੇਰੇ ਸਾਹਮਣੇ ਕਿੱਡੇ ਵੀ ਸਿਆਣੇ ਬੰਦੇ ਦਾ ਲਿਆ ਕੇ ਗ੍ਰੰਥ ਰੱਖ ਦਿਓ, ਮੈਂ ਏਡੀ ਛੇਤੀ ਪ੍ਰਭਾਵਿਤ ਨਹੀਂ ਹੋਣ ਵਾਲਾ ਉਹਦੇ ਕੋਲੋਂ। ਕੋਈ ਵੀ ਇਨਸਾਨ ਜਦੋਂ ਪ੍ਰਭਾਵਿਤ ਹੁੰਦਾ ਕਿਸੇ ਚੀਜ਼ ਤੋਂ, ਤਾਂ ਉਹਦੇ ਪਿੱਛੇ ਉਹਦੀ ਇੱਕ ਸਾਈਕੀ ਕੰਮ ਕਰਦੀ ਹੁੰਦੀ ਆ, ਜੋ ਉਹਨੇ ਹੰਢਾਇਆ, ਜੋ ਜੀਵਿਆ, ਜੋ ਕੀਤਾ, ਉਹਦੀ ਆਪਣੀ ਕੀ ਸੋਚ ਆ, ਕੀ ਥਿੰਕਿੰਗ ਆ ਉਹਦੀ ਅੰਦਰ। ਤੇ ਉਹ ਜਿਹੜੀ ਥਿੰਕਿੰਗ ਆ ਉਹ ਇੱਕੇ ਦਿਨ, ਇੱਕ ਸਕਿੰਟਾਂ 'ਚ ਨਹੀਂ ਬਣਦੀ। ਉਹਨੂੰ ਬਣਨ ਲੱਗਿਆ ਕਲਚਰ ਕੀ ਆ, ਉਹਦੀ ਵਿਰਾਸਤ ਕੀ ਆ, ਉਹਦਾ ਪਿਛੋਕੜ ਕੀ, ਉਹ ਸਾਰੀਆਂ ਚੀਜ਼ਾਂ ਉਹਦੇ 'ਚ ਉਹ ਫੈਕਟਰ ਕੰਮ ਕਰਦੇ ਨੇ। ਤੋ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹ ਨਿਰਪੱਖ ਨੇ, ਸੈਕੂਲਰ ਨੇ, ਇਹਨਾਂ ਗੱਲਾਂ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਪਰ ਉਹ ਸਿੱਖ ਨਹੀਂ ਨੇ। ਇਹ ਗੱਲ ਦੇ ਉੱਤੇ ਕਰੜਾ ਇਤਰਾਜ਼ ਸਾਨੂੰ ਵੀ ਇਸ ਕਰਕੇ ਹੈ ਕਿਉਂਕਿ ਉਹਨਾਂ ਦੀਆਂ ਆਪਣੀਆਂ ਲਿਖਤਾਂ ਇਸ ਗੱਲ ਨੂੰ ਝੂਠੀਆਂ ਸਾਬਤ ਕਰਦੀਆਂ ਨੇ। ਸੋ ਹਰਜਿੰਦਰ ਸਿੰਘ ਜੀ, ਇਹ ਤਾਂ ਗਦਰੀ ਬਾਬੇ ਦੀ ਜਿੱਥੇ ਅਸੀਂ ਗੱਲ ਕਰੇ, ਪਰ ਦੂਸਰੇ ਪਾਸੇ ਅੱਜ ਇੱਕ ਇਹ ਬੜਾ ਵੱਡਾ ਇੱਕ ਕਲੈਸ਼ ਜਿਹੜਾ ਹੈਗਾ ਕਿ ਸੈਕੂਲਰ ਕੀ ਚੀਜ਼ ਹੈ ਜਿਸ ਨੂੰ ਅਸੀਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਈਵਨ ਅਸੀਂ ਸਿੱਖ ਵੀ ਜਿਹੜੇ ਹੈਗੇ ਆਪਣੇ ਆਪ ਨੂੰ ਸੈਕੂਲਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖ ਜਿਹੜਾ ਹੈ ਜ਼ਿਆਦਾ ਪੜ੍ਹ ਲਿਖ ਜਾਏ ਤਾਂ ਉਹ ਆਪਣੇ ਆਪ ਨੂੰ ਸਿੱਖ ਅਖਵਾਨ 'ਚ ਵੀ ਥੋੜ੍ਹਾ ਜਿਹਾ ਸ਼ਰਮ ਮਹਿਸੂਸ ਕਰਦਾ, ਜਦਕਿ ਦੂਸਰੇ ਧਰਮਾਂ 'ਚ ਵੇਖੀਏ ਮੈਂ ਬੜਾ ਮਾਣ ਹੁੰਦਾ ਕਿ ਸਾਡੇ ਮੁਸਲਮਾਨ ਭਰਾਵਾਂ ਦੇ ਵਿੱਚ ਜਿਸ ਮਰਜ਼ੀ ਮੁਕਾਮ ਤੱਕ ਪਹੁੰਚ ਜਾਣ, ਉਹ ਜਦੋਂ ਕੋਈ ਫੰਕਸ਼ਨ ਹੋਵੇ, ਕੁਝ ਹੋਵੇ, ਉਹ ਆਪਣੀ ਕਲਾਮ ਤੋਂ ਸ਼ੁਰੂ ਕਰਦੇ ਹੈਗੇ ਨੇ, ਜਾਂ ਈਵਨ ਨਮਾਜ਼ ਦਾ ਵੀ ਸਮਾਂ ਹੋਏ ਕੋਈ ਵੱਡਾ, ਉਹ ਰੁਕ ਜਾਂਦੇ ਨੇ, ਹਰ ਚੀਜ਼ ਰੁਕ ਜਾਂਦੀ ਹੈ। ਪਰ ਸਾਨੂੰ ਤਾਂ ਫਤਿਹ ਜਾਂ ਸਤਿ ਸ੍ਰੀ ਅਕਾਲ ਕਹਿੰਦੇ ਵੀ ਅਸੀਂ ਪਿੱਛੇ ਗੁਰੇਜ਼ ਕਰਦੇ ਹਾਂ। ਇਹ ਕਿਉਂ ਸਾਡੀ ਸਾਈਕੀ ਦੇ ਵਿੱਚ ਇੱਕ ਐਸੀ ਸੋਚ ਪ੍ਰਚਲਿਤ ਹੋ ਰਹੀ ਹੈ? ਇਹਦੇ ਬਾਰੇ ਗੱਲ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਗੱਲਬਾਤ ਚੱਲ ਰਹੀ ਹੈ ਜੀ ਭਾਈ ਹਰਜਿੰਦਰ ਸਿੰਘ ਸਭਰਾ ਨਾਲ। ਆਓ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ ਹਾਂ ਜੀ। ਸੋ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਸੀ ਕਿ ਕੀ ਕਾਰਨ ਕੀ ਹੈ ਕਿ ਇੱਕ ਸਿੱਖ ਜਿਹੜਾ ਥੋੜ੍ਹਾ ਬਹੁਤਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਹੈ, ਉਹ ਆਪਣੇ ਆਪ ਨੂੰ ਸਿੱਖ ਵੀ ਸ਼ੋਅ ਕਰਨ 'ਚ, ਪ੍ਰੈਜ਼ੈਂਟ ਕਰਨ ਵਿੱਚ ਥੋੜ੍ਹਾ ਜਿਹਾ ਮਹਿਸੂਸ ਕਰਦਾ ਕਿ ਨਹੀਂ, ਪਤਾ ਨਹੀਂ ਕਿੱਥੇ ਲੋਕ ਕੀ ਕਹਿਣਗੇ ਕਿ ਮੈਂ ਧਰਮੀ ਹਾਂ, ਮੈਂ ਸਿੱਖ ਹਾਂ। ਮਤਲਬ ਇਹ ਕਿਉਂ ਇੱਕ ਸੋਚ ਪ੍ਰਚਲਿਤ ਹੈਗੀ ਹੈ? ਦਰਅਸਲ ਸਾਨੂੰ ਇਹ ਵਹਿਮ ਪੈ ਗਿਆ, ਓਪਨਲੀ ਵਿਆਪਕ ਤੌਰ ਤੇ ਪੈ ਗਿਆ ਜੀ ਵੀ ਸਿੱਖ ਖਵਾਉਣਾ ਬਹੁਤ ਨਮੋਸ਼ੀ ਦੀ ਗੱਲ ਆ। ਇਹ ਕੁਝ ਵਿਰੋਧੀ ਪ੍ਰਚਾਰ ਨੇ ਸਾਡੇ ਤੇ ਅਸਰ ਪਾਇਆ ਜੀ, ਕੁਝ ਸਾਡੀਆਂ ਜਿਹੜੀਆਂ ਆਮ ਰੂਟੀਨ ਦੀਆਂ ਚੀਜ਼ਾਂ ਨੇ, ਜੋ ਸਾਨੂੰ ਕਰਮਕਾਂਡੀ ਜਿਹਾ ਖਿਆਲ ਸਾਡਾ ਓਪਨਲੀ ਬਣਿਆ ਹੋਇਆ, ਉਹ ਚੀਜ਼ ਨੇ ਕੁਝ ਸਾਡੇ ਦਿਲ ਨੂੰ ਉਦਾਸੀ ਜੀ ਦਿੱਤੀ। ਇਹ ਦੋ ਕਾਰਨ ਰਲ ਕੇ ਸਾਡੇ 'ਚ ਸੈਕੂਲਰਿਜ਼ਮ, ਵੈਸੇ ਮੈਂ ਇੱਕ ਬੇਨਤੀ ਕਰਾਂ, ਦੁਨੀਆ ਦੀ ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜਾ ਸਿਸਟਮ ਆ ਉਹ ਤੁਹਾਨੂੰ ਸੈਕੂਲਰ ਕਰਨ ਦੀ ਹੀ ਕੋਸ਼ਿਸ਼ ਕਰਦਾ, ਠੀਕ, ਕਿਉਂਕਿ ਉਹਨੂੰ ਸੈਕੂਲਰਿਜ਼ਮ ਜਿਹੜਾ ਵਾ ਉਹ ਕਈ ਵਾਰ ਜਿਹੜਾ ਸਿਸਟਮ ਚੱਲ ਰਿਹਾ ਹੁੰਦਾ ਨਾ, ਉਹਨੂੰ ਸਭ ਤੋਂ ਵੱਧ ਜੇ ਕੋਈ ਚੀਜ਼ ਫਿੱਟ ਬੈਠਦੀ ਆ ਤੇ ਉਹ ਸੈਕੂਲਰਿਜ਼ਮ ਫਿੱਟ ਬੈਠਦਾ। ਠੀਕ, ਕਿਉਂਕਿ ਉਹ ਨਹੀਂ ਚਾਹੁੰਦਾ ਵੀ ਮੇਰੇ ਸਿਸਟਮ ਦੀਆਂ ਗਲਤੀਆਂ ਦਾ ਵਿਰੋਧ ਕੋਈ ਕਰੇ, ਸਭ ਨੂੰ ਸੈਕੂਲਰ ਹੋਣਾ ਚਾਹੀਦਾ, ਸਾਡੇ ਵਰਗੇ ਹੋਣਾ ਚਾਹੀਦਾ ਜੀ। ਤਾਂ ਔਰੰਗਜ਼ੇਬ ਦੀ ਨਜ਼ਰ 'ਚ ਸੈਕੂਲਰਿਜ਼ਮ ਇਹੋ ਹੀ ਆ ਵੀ ਸਾਰੇ ਮੇਰੇ ਵਰਗੇ ਹੋ ਜਾਣ, ਕੋਈ ਰੌਲਾ ਹੀ ਨਹੀਂ। ਠੀਕ, ਤਾਂ ਅੱਜ ਵੀ ਤਾਂ ਇਹੋ ਹੀ ਸਿਸਟਮ ਸਾਡੇ ਚਾਹੁੰਦੇ ਆ ਨਾ ਵੀ ਤੁਸੀਂ ਬਸ ਸਾਡੇ ਨਾਲ ਮਿਲ ਕੇ ਚੱਲੋ, ਜੋ ਅਸੀਂ ਕਹਿ ਰਹੇ ਹਾਂ ਉਹਨੂੰ ਫੋਲੋ ਕਰ ਲਓ, ਜੋ ਸਾਡਾ ਕਲਚਰ ਆ ਉਹ ਤੁਹਾਡਾ ਕਲਚਰ ਆ, ਜੋ ਸਾਡੀ ਭਾਸ਼ਾ ਉਹ ਤੁਹਾਡੀ ਭਾਸ਼ਾ, ਤੁਸੀਂ ਤਾਂ ਸੈਕੂਲਰ ਆ। ਜੇ ਤੁਸੀਂ ਨਹੀਂ ਮੰਨਦੇ, ਹੁਣ ਕਮਾਲ ਆ, ਜਿਹੜੀ ਬਹੁ ਗਿਣਤੀ ਆ ਉਹ ਇਹ ਗੱਲ ਕਹਿੰਦੀ ਆ ਵੀ ਜੇ ਤਾਂ ਤੁਸੀਂ ਸਾਡੀ ਭਾਸ਼ਾ ਬੋਲਦੇ ਹੋ ਤੇ ਸੈਕੂਲਰ ਹੋ, ਠੀਕ, ਜੇ ਤੁਸੀਂ ਸਾਡੇ ਕਲਚਰ ਨੂੰ ਫੋਲੋ ਕਰਦੇ ਹੋ ਤਾਂ ਫਿਰ ਸੈਕੂਲਰ ਹੋ, ਜੇ ਤੁਸੀਂ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਦੇ ਹੋ, ਆਪਣੇ ਕਲਚਰ ਦੀ, ਆਪਣੀ ਭਾਸ਼ਾ ਦੀ ਗੱਲ ਕਰਦੇ ਹੋ, ਆਪਣੇ ਧਰਮ ਦੀ ਗੱਲ ਕਰਦੇ ਹੋ, ਫਿਰ ਤੁਸੀਂ ਫਿਰਕਾ ਪ੍ਰਸਤ ਹੋ। ਮਤਲਬ ਦੂਜਿਆਂ ਤੇ ਫਿਰਕਾ ਪ੍ਰਸਤੀ ਦਾ ਦੋਸ਼ ਆ, ਆਪਣੇ ਆਪ ਨੂੰ ਸੈਕੂਲਰ ਦੱਸਣ ਦੀ ਕੋਸ਼ਿਸ਼ ਆ। ਤੋ ਇਹ ਜਿਹੜੀ ਪ੍ਰੋਬਲਮ ਆ ਨਾ, ਇਹ ਸਾਡੀ ਸਿੱਖ ਰਾਜਨੀਤੀ 'ਚ ਇਸ ਵੇਲੇ ਸਭ ਤੋਂ ਵਧੇਰੇ ਆ। ਸਾਡੇ ਸਿੱਖ ਨੇਤਾ ਸਿੱਖੀ ਨੂੰ ਹਾਸ਼ੀਏ ਤੇ ਕਰਕੇ, ਠੀਕ, ਉਸ ਸਿਸਟਮ ਦੇ, ਕਿਉਂਕਿ ਉਹ ਗੁਲਾਮ ਤੇ ਮੋਹਰੇ ਬਣਦੇ ਨੇ, ਉਹਨੂੰ ਸੈਕੂਲਰਿਜ਼ਮ, ਆਪਣੇ ਆਪ ਨੂੰ ਸੈਕੂਲਰ ਕਰਨ ਦੀ ਦੌੜ ਦੇ ਵਿੱਚ ਨਾ ਸਿੱਖਾਂ ਨੂੰ ਖੂੰਜੇ ਲਾਉਣ ਤੇ ਲੱਗੇ ਹੋਏ ਨੇ। ਤਾਂ ਸਿੱਖੀ ਇਹ ਤਾਂ ਕਹਿੰਦੀ ਨਹੀਂ ਤੁਸੀਂ ਨਿਰਪੱਖ ਨਾ ਹੋ, ਸਿੱਖੀ ਤਾਂ ਨਿਰਪੱਖ ਆ, ਪੱਖਪਾਤ ਨਹੀਂ, ਪਰ ਅਸੀਂ ਆਪਣੀ ਨਿੱਜ ਦੇ ਵਿਸ਼ਵਾਸ ਨੂੰ ਕਿਸੇ ਦੀ ਗੁਲਾਮੀ ਵਾਸਤੇ ਨਹੀਂ ਯੂਜ਼ ਕਰ ਸਕਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸਲਾਮ ਨਾਲ ਕੋਈ ਰੌਲਾ ਨਹੀਂ, ਕੋਈ ਝਗੜਾ ਨਹੀਂ, ਪਰ ਔਰੰਗਜ਼ੇਬ ਦੀ ਇਸ ਨੀਤੀ ਨਾਲ ਉਹਨਾਂ ਦਾ ਕਰੜਾ ਵਿਰੋਧ ਜ਼ਰੂਰ ਆ ਵੀ ਧੱਕੇ ਨਾਲ, ਜ਼ਬਰਦਸਤੀ ਔਰ ਸਾਜ਼ਿਸ਼ਾਂ ਤੇ ਕੁਚਾਲਾਂ ਦੇ ਨਾਲ ਤੁਸੀਂ ਦੂਜੇ ਦੇ ਈਮਾਨ ਨੂੰ, ਉਹਦੇ ਈਮਾਨ ਤੋਂ ਡੇਗਣਾ ਚਾਹੁੰਦੇ ਹੋ, ਦੂਜੇ ਦੇ ਵਿਸ਼ਵਾਸ ਨੂੰ ਜ਼ਬਰਦਸਤੀ ਖੰਡਦੇ ਹੋ, ਦੂਜੇ ਇਨਸਾਨ ਤੇ ਜ਼ੁਲਮ ਕਰਦੇ ਹੋ, ਔਰ ਤੁਹਾਡੀਆਂ ਨੀਤੀਆਂ ਦੂਜੇ ਨੂੰ ਖਤਮ ਕਰ ਦੇਣ ਵਾਲੀਆਂ। ਇਸ ਗੱਲ ਤੇ ਗੁਰੂ ਸਾਹਿਬ ਨੂੰ ਇਤਰਾਜ਼ ਆ। ਤਾਂ ਉਹ ਹੱਕ ਨੇ, ਨਿਆਂ ਨੇ, ਜਿਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਆਜ਼ਾਦੀ ਵਾਸਤੇ ਆਪਣੀ ਕੁਰਬਾਨੀ ਦੇ ਰਹੇ, ਸ਼ਹਾਦਤ ਦੇ ਰਹੇ ਨੇ। ਤੋ ਜਿਹੜਾ ਸਾਡੇ 'ਚ ਆ ਨਾ ਸੈਕੂਲਰ ਹੋਣਾ, ਇਹ ਸਾਡੀ, ਮੈਂ ਸਮਝਦਾ, ਦਿਮਾਗੀ ਕਮਜ਼ੋਰੀ ਆ। ਠੀਕ, ਇਹ ਵਿਚਾਰ ਸਾਡੇ ਅੰਦਰ ਬਹਿ ਗਿਆ ਹੋਇਆ। ਤੁਸੀਂ ਜੇ ਸਿੱਖ ਨਹੀਂ ਅਖਵਾਓਗੇ, ਕੁਝ ਤੇ ਅਖਵਾਓਗੇ ਨਾ ਸੰਸਾਰ 'ਚ, ਬਿਲਕੁਲ, ਤੁਸੀਂ ਸੈਕੂਲਰ ਰਹਿ ਕਿੱਥੇ ਜਾਂਦੇ ਹੋ? ਤੁਹਾਨੂੰ ਕਿਤੇ ਤਾਂ ਵੱਜਣਾ ਪੈਂਦਾ। ਬਿਲਕੁਲ ਜੀ। ਨਾਲੇ ਇਸ ਤੋਂ ਵੱਡੀ ਹੋਰ ਮਿਸਾਲ ਕੀ ਹੋ ਸਕਦੀ ਸੈਕੂਲਰਿਜ਼ਮ ਦੀ ਕਿ ਸਿੱਖ, ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਇਹੀ ਉਪਦੇਸ਼ ਮਿਲਦਾ ਕਿ ਹਰ ਇੱਕ ਧਰਮ ਵਿੱਚ ਜਿਸ ਵਿੱਚ ਵੀ ਤੁਹਾਡੀ ਆਸਥਾ ਹੈ ਉਸ ਵਿੱਚ ਤੁਸੀਂ ਪਰਪੱਕ ਹੋਵੋ। ਕਦੀ ਕਿਸੇ ਨੂੰ ਮਜਬੂਰ ਨਹੀਂ ਕੀਤਾ ਗਿਆ, ਬਲਕਿ ਦੂਸਰਿਆਂ ਵਾਸਤੇ, ਜਿਸ ਤਰ੍ਹਾਂ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕੀਤਾ ਹੈ, ਦੂਸਰਿਆਂ ਵਾਸਤੇ ਆਪਣਾ ਸਿਰ ਕਲਮ ਕਰਾ ਲਿਆ, ਲੇਕਿਨ ਕਿਤੇ ਇਹ ਨਹੀਂ ਕਿਹਾ ਕਿ ਨਹੀਂ ਇਹ ਬੈਟਰ ਤੇ ਉਹ ਮਾੜਾ ਹੈਗਾ, ਕਦੀ ਇਹੋ ਜਿਹੀ ਗੱਲ ਹੀ ਨਹੀਂ ਆਈ। ਬਿਲਕੁਲ। ਅੱਛਾ, ਇੱਕ ਹੋਰ ਜਿਹੜੀ ਗੱਲ ਆਉਂਦੀ ਹੈਗੀ ਕਿ ਜਦੋਂ ਗਦਰੀ ਬਾਬਿਆਂ ਦੀ ਗੱਲ ਕਰਨੇ ਆ ਤਾਂ ਆਮ ਤੌਰ ਤੇ ਇਹ ਜਿਹੜੇ ਲੋਕ ਇਹੀ ਇਸ ਸੋਚ ਦੇ ਧਾਰੀ, ਉਹ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਤੋਂ ਵੀ ਇੱਕ ਹੁਕਮਨਾਮਾ ਆਇਆ ਸੀ ਗਦਰੀ ਬਾਬਿਆਂ ਦੇ ਖਿਲਾਫ। ਉਹ ਕੀ ਸੀ ਜੀ, ਉਹਦੇ ਬਾਰੇ ਥੋੜ੍ਹਾ ਦੱਸੋ। ਅਸਲ ਵਿੱਚ ਉਹ ਇਹਨਾਂ ਸੀਗਾ ਜੀ, ਇੱਕ ਅਕਾਲ ਤਖਤ ਦੇ ਪੁਜਾਰੀ ਨੇ ਇੱਕ ਮਤਾ ਪੜ੍ਹ ਦਿੱਤਾ। ਹੁਣ ਇਸ ਗੱਲ ਤੋਂ ਕੌਣ ਭੁੱਲਿਆ ਹੋਇਆ ਵੀ ਜਿਹੜੇ ਗੁਰਦੁਆਰਾ ਸਾਹਿਬਾਨ ਸਨ ਉਸ ਵਕਤ ਉਹ ਸਰਕਾਰੀ ਕੰਟਰੋਲ ਵਿੱਚ ਸਨ, ਅੰਗਰੇਜ਼ਾਂ ਦੇ ਬਿਠਾਏ ਮਹੰਤ ਔਰ ਉਹਨਾਂ ਦੇ ਸਰਬਰਾਹ, ਜਿਹੜੇ ਕੁਝ ਸਿੱਖ ਖਵਾਉਣ ਵਾਲੇ ਵੀ ਸਨ, ਉਹ ਮੋਹਰੇ ਸਨ। ਇਹ ਹਰ ਸਿਸਟਮ 'ਚ ਹੁੰਦਾ ਜੀ ਵੀ ਘੱਟ ਗਿਣਤੀ ਕੌਮਾਂ ਦੇ ਵਿੱਚੋਂ ਜਾਂ ਦੂਸਰੀਆਂ ਕੌਮਾਂ 'ਚੋਂ ਐਸੇ ਸਿਸਟਮ ਦੇ ਮੋਹਰੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਉਸੇ ਕੌਮ ਦੇ ਵਿੱਚ ਯੂਜ਼ ਕਰਦੇ ਨੇ। ਸਾਡੇ 'ਚ ਵੀ ਉਹ ਰੂੜ ਸਿੰਘ ਵਰਗਿਆਂ ਦਾ ਅਸੀਂ ਜ਼ਿਕਰ ਕਰਦੇ ਹਾਂ ਜੀ। ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਉਹਨੇ ਇੱਕ ਮਤਾ ਪੜ੍ਹ ਕੇ, ਕਿਉਂਕਿ ਗਦਰੀ ਬਾਬਿਆਂ ਦਾ ਇਹ ਜਿਹੜਾ ਕੰਮ ਸੀਗਾ, ਇਹਨੂੰ ਡੈਮੇਜ ਕਰਨ ਲਈ ਸਰਕਾਰ ਨੇ ਉਹਨਾਂ ਨੂੰ ਜੇਲ੍ਹਾਂ ਤੇ ਫਾਂਸੀਆਂ ਦਿੱਤੀਆਂ, ਠੀਕ, ਤਸੀਹੇ ਦਿੱਤੇ, ਘਰਾਂ ਦੇ ਵਿੱਚ, ਪਿੰਡਾਂ 'ਚ ਨਜ਼ਰਬੰਦ ਕੀਤਾ, ਉਹਨਾਂ ਦੀ ਫੜੋ ਫੜਾਈ ਹੋਈ। ਉਹਦੇ ਵਾਸਤੇ ਉਹਨਾਂ ਨੇ ਜਿਹੜਾ ਅਗਲਾ ਹਥਿਆਰ ਵਰਤਿਆ, ਸਿੱਖਾਂ 'ਚੋਂ ਉਹਨਾਂ ਦੀ ਸ਼ਾਖ ਘਟਾਉਣ ਵਾਸਤੇ ਪੰਜਾਬ 'ਚੋਂ ਉਹਨਾਂ ਨੇ ਉਹਨੂੰ ਯੂਜ਼ ਕੀਤਾ। ਓਕੇ, ਤਾਂ ਇਹਨੂੰ ਤੁਸੀਂ ਸਿੱਖ ਪੰਥ ਦਾ ਮਸਲਾ ਨਹੀਂ ਕਹਿ ਸਕਦੇ। ਰਾਈਟ।
ਠੀਕ ਆ, ਕਿਉਂਕਿ ਉਸ ਵੇਲੇ ਸਾਡੀਆਂ ਜਿਹੜੀਆਂ ਸੰਸਥਾਵਾਂ 1849 ਤੋਂ ਬਾਅਦ ਇੱਕ ਪ੍ਰੋਸੈਸ ਅੰਗਰੇਜ਼ਾਂ ਨੇ ਕੀਤਾ, ਉਹਨਾਂ ਸਿੱਖ ਰਾਜਨੀਤੀ ਨੂੰ ਡੈਮੇਜ ਕਰਨ ਲਈ, ਸਿੱਖ ਕਲਚਰ ਨੂੰ ਡੈਮੇਜ ਕਰਨ ਲਈ, ਸਿੱਖੀ ਸੱਭਿਅਤਾ ਤੇ ਸਿੱਖ ਵਿਚਾਰਧਾਰਾ ਨੂੰ ਔਰ ਈਵਨ ਸਿੱਖ ਜਿਹੜੀ ਪੰਜਾਬ ਦੀ ਭਾਸ਼ਾ ਪੰਜਾਬੀ ਆ ਉਹਨੂੰ ਖਤਮ ਕਰਨ ਵਾਸਤੇ ਜੋ ਕੁਝ ਉਹਨਾਂ ਨੇ ਕੀਤਾ ਬੜਾ ਵੈਲ ਪਲੈਨਡ ਕੀਤਾ। ਤਾਂ ਉਹ ਅਗਲੀ ਗੱਲ ਇੱਕ ਮੈਂ ਜ਼ਰੂਰ ਕਰਨੀ ਚਾਹੁੰਦਾ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਉਸ ਸਮੇਂ ਦੀ, ਅੱਜ ਦੀ ਮੈਂ ਗੱਲ ਨਹੀਂ ਕਰ ਰਿਹਾ, ਉਸ ਸਮੇਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਸੀ, ਦੋ ਧੜਿਆਂ 'ਚ ਜਦੋਂ ਕੋਈ ਰੌਲਾ ਬਣ ਜਾਂਦਾ ਸੀ, ਬਾਬਾ ਸੋਹਣ ਸਿੰਘ ਭਕਨਾ ਗਦਰੀ ਬਾਬਾ ਸਭ ਤੋਂ ਵੱਡੇ ਨੇਤਾ ਜਿਹੜੇ ਨੇ ਉਸ ਲਹਿਰ ਦੇ, ਉਹ ਉਹਨਾਂ ਦੇ ਵਿੱਚ ਸਾਲਸੀ ਬਣਦੇ ਨੇ। ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਆ ਵੀ ਸਿੱਖਾਂ 'ਚ ਉਹਨਾਂ ਦਾ ਕਿੰਨਾ ਆਦਰ ਤੇ ਸਤਿਕਾਰ ਆ। ਬਾਬਾ ਵਿਸਾਖਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਦੇ ਨੇ। ਇਸ ਤੋਂ ਵੱਡੀ ਗੱਲ ਹੋਰ ਕੀ ਦਲੀਲ ਦਿੱਤੀ ਜਾ ਸਕਦੀ ਵੀ ਗਦਰੀ ਬਾਬਿਆਂ ਦਾ ਸਿੱਖ ਧਰਮ 'ਚ ਕੀ, ਔਰ ਗੁਰਦੁਆਰਾ ਝਾੜ ਸਾਹਿਬ ਆ, ਠੀਕ ਹੈ ਜੀ, ਤਰਨਤਾਰਨ ਡਿਸਟ੍ਰਿਕਟ ਦੇ ਵਿੱਚ, ਉੱਥੇ ਗਦਰੀ ਬਾਬਿਆਂ ਦਾ ਉਸ ਜਗ੍ਹਾ ਤੇ ਕੇਂਦਰ ਸੀਗਾ ਗੁਰਦੁਆਰੇ ਦੇ ਵਿੱਚ। ਠੀਕ, ਹੋਰ ਕੀ ਮਿਸਾਲ ਚਾਹੀਦੀ? ਕਿੰਨੇ ਗ੍ਰੰਥੀ ਜਿਹੜੇ ਸਨ ਉਹ ਗਦਰ ਲਹਿਰ ਵਿੱਚ ਸ਼ਾਮਲ ਸਨ। ਤੁਸੀਂ ਗਦਰ ਲਹਿਰ ਦਾ ਇਤਿਹਾਸ ਪੜ੍ਹ ਕੇ ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਇਸ ਝੂਠ ਤੇ ਆਪਣੇ ਆਪ ਹੀ ਇਹਨੂੰ ਖੰਡਨ ਕਰ ਦਿੰਦੀਆਂ ਨੇ। ਹੁਣ ਕਿਉਂਕਿ ਇਸ ਸਾਲ ਜਿਹੜਾ ਹੈਗਾ ਸਾਰੇ ਸਾਲ ਸੈਲੀਬ੍ਰੇਸ਼ਨਸ ਹੋਣੀਆਂ ਹੈਗੀਆਂ ਨੇ, ਅਸੀਂ ਯਾਦ ਕਰਨਾ ਹੈ, ਸੈਮੀਨਾਰਸ ਹੋਣੇ ਨੇ, ਇਸ ਵਿੱਚੋਂ ਉਹਨਾਂ ਦੇ ਗਦਰੀ ਬਾਬਿਆਂ ਦੇ ਜੀਵਨ ਵਿੱਚੋਂ ਜੇਕਰ ਕਿਸੇ ਨੇ ਕੋਈ ਸਿਧਾਂਤ ਜਿਸ ਨਾਲ ਜੁੜਨਾ ਹੈ, ਕੁਝ ਸਿੱਖਣਾ ਹੈ, ਉਹ ਕੀ ਹੋ ਸਕਦਾ ਹੈ ਕਿ ਕਿਸ ਤਰੀਕੇ ਨਾਲ ਉਹ ਸੋਚ ਜਿਹੜੀ ਹੈਗੀ ਹੈ ਉਹ ਅਜੇ ਵੀ ਕੰਟੀਨਿਊ ਰਵੇ। ਇਹ ਨਾ ਹੋਵੇ ਕਿ ਸਿਰਫ ਕੁਝ ਦੇਰ ਤੱਕ ਉਹਨਾਂ ਨੂੰ ਵਾਹ ਧੰਨ ਧੰਨ ਕਰਦੀ ਹੈ ਜੀ, ਉਹਨਾਂ ਦੀ ਬਹੁਤ ਵੱਡਾ ਯੋਗਦਾਨ ਹੈ, ਪਰ ਉਹ ਲਹਿਰ ਜਿਹੜੀ ਹੈ ਫਰਦਰ ਕਿਵੇਂ ਅੱਗੇ ਨਵੀਂ ਪਨੀਰੀ ਤੱਕ ਪਹੁੰਚਾਈ ਜਾ ਸਕਦੀ ਹੈ। ਦੇਖੋ ਜੀ, ਉਹਨਾਂ ਦਾ ਜੋ ਸੁਪਨਾ ਸੀ, ਉਹਨਾਂ ਨੇ ਖੁਦ ਆਪਣੀਆਂ ਲਿਖਤਾਂ ਵਿੱਚ ਲਿਖਿਆ ਵੀ ਜਿਸ ਵਾਸਤੇ ਅਸੀਂ ਆਪਣੀਆਂ ਸਾਰੀਆਂ ਉਮਰਾਂ ਜੇਲ੍ਹਾਂ 'ਚ ਗੁਜ਼ਾਰੀਆਂ, ਦੁੱਖ ਸਹਿ, ਕਸ਼ਟ ਝੱਲੇ, ਇਹਨਾਂ ਸਟਰਗਲ ਸੰਘਰਸ਼ ਕੀਤਾ, ਉਹ ਸੁਪਨਾ ਅਜੇ ਵੀ ਪੂਰਾ ਨਹੀਂ ਹੋ ਸਕਿਆ। ਉਹ ਸੁਪਨਾ ਤਦੋਂ ਹੀ ਪੂਰਾ ਹੋ ਸਕਦਾ ਜੇਕਰ ਅਸੀਂ ਸਿਸਟਮ ਨੂੰ ਠੀਕ ਕਰਨ ਵਾਲੇ ਪਾਸੇ ਤੁਰੀਏ। ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਜ਼ੁਲਮ, ਧੱਕਾ, ਬੇਇਨਸਾਫੀ, ਫਿਰਕਾ ਪ੍ਰਸਤੀ ਦਾ ਦੋਸ਼ ਲਾ ਕੇ ਘੱਟ ਗਿਣਤੀਆਂ ਨੂੰ ਕੁਚਲਣਾ ਤੇ ਮਾਰਨਾ, ਠੀਕ ਹੈ ਜੀ, ਸਰਕਾਰੀ ਆਤਵਾਦ, ਜ਼ੁਲਮ ਪੈਦਾ ਕਰਨਾ, ਆਪੇ ਹੀ ਪੈਦਾ ਕਰਨਾ ਤੇ ਆਪੇ ਉਹਨੂੰ ਡੈਮੇਜ ਕਰਨਾ, ਇਹ ਜੋ ਸਿਸਟਮ ਨੇ, ਪਰਿਵਾਰਵਾਦ ਦੀ ਰਾਜਨੀਤੀ, ਗਰੀਬੀ ਨੂੰ ਹੋਰ ਪਛਾੜਿਆ ਜਾ ਰਿਹਾ, ਅਮੀਰ ਹੋਰ ਅਮੀਰ ਹੋ ਰਿਹਾ, ਕਾਣੀ ਵੰਡ ਸੋਰਸਾਂ ਦੀ, ਇਹ ਜਿੰਨੀਆਂ ਵੀ ਚੀਜ਼ਾਂ ਨੇ, ਜਿੰਨਾ ਚਿਰ ਇਹ ਦੂਰ ਨਹੀਂ ਹੁੰਦੀਆਂ ਗਦਰੀ ਬਾਬਿਆਂ ਦਾ ਜਾਂ ਸੰਘਰਸ਼ਸ਼ੀਲ ਲੋਕਾਂ ਦਾ, ਜਿਹੜੇ ਸਹੀ ਅਰਥਾਂ 'ਚ ਸਮਾਜ ਦਾ ਸਿਸਟਮ ਵਧੀਆ ਵੇਖਣਾ ਚਾਹੁੰਦੇ, ਲੋਕਾਂ ਨੂੰ ਹੱਕ ਮਿਲਦੇ ਵੇਖਣਾ ਚਾਹੁੰਦੇ, ਉਹ ਪੂਰੇ ਨਹੀਂ ਹੋ ਸਕਦੇ। ਗੁਰੂ ਸਾਹਿਬਾਂ ਨੇ ਵੀ ਇਸ ਵਾਸਤੇ ਸੰਘਰਸ਼ ਕੀਤਾ, ਸਾਡੇ ਪੁਰਾਣੇ ਲੋਕਾਂ ਨੇ, ਸਿੱਖ ਬਜ਼ੁਰਗਾਂ ਨੇ ਇਸ ਵਾਸਤੇ ਸੰਘਰਸ਼ ਕੀਤਾ, ਜਿਹਦੀ ਪ੍ਰੇਰਨਾ ਗਦਰੀ ਬਾਬਿਆਂ ਦੇ ਦਿਲਾਂ ਵਿੱਚ ਸੀ, ਜਿਸ ਵਾਸਤੇ ਉਹਨਾਂ ਸੰਘਰਸ਼ ਕੀਤਾ। ਜੇ ਅੱਜ ਸਾਨੂੰ ਇਹਨਾਂ 'ਚ ਅੱਜ ਜਿੰਨਾ ਜ਼ੋਰ ਇਹਨਾਂ ਸੱਜਣਾਂ ਦਾ ਇਸ ਪਾਸੇ ਲੱਗਿਆ ਨਾ ਵੀ ਅਸੀਂ ਉਹਨਾਂ ਨੂੰ ਸਿੱਖ ਨਹੀਂ ਇਹ ਸਾਬਤ ਕਰੀਏ, ਇਹਨਾਂ ਜ਼ੋਰ ਉਹਨਾਂ ਦੇ ਸੁਪਨਿਆਂ ਵਾਸਤੇ ਸਾਨੂੰ ਸਾਂਝਾ ਇਹ ਪਲੇਟਫਾਰਮ ਬਣਾ ਕੇ ਕਰਨਾ ਚਾਹੀਦਾ ਵੀ ਆਹ ਪ੍ਰੋਬਲਮ ਨੇ ਸਮਾਜ ਦੀਆਂ, ਇਹਨਾਂ ਨੂੰ ਦੂਰ ਕਰੀਏ। ਜੇ ਸਾਂਝਾ ਪਲੇਟਫਾਰਮ ਬਣਾ ਕੇ ਸਾਂਝੇ ਰੂਪ ਵਿੱਚ ਅਸੀਂ ਤਾਂ ਉਹਨਾਂ ਦੇ ਦਿਲਾਂ ਦੇ ਵਿਸ਼ਵਾਸ ਬਦਲਣ ਤੇ ਲੱਗੇ ਹੋਏ ਆ, ਉਹਨਾਂ ਦੀਆਂ ਤਸਵੀਰਾਂ ਬਦਲਣ ਤੇ ਲੱਗੇ ਹੋਏ ਆ, ਔਰ ਉਹ ਇਹ ਸੱਜਣੇ ਉਹ ਇਹ ਗੱਲ ਦੱਸਣ ਵੀ ਉਹ ਦਾੜੀਆਂ ਕੇਸਾਂ ਵਾਲੇ, ਪੱਗਾਂ ਵਾਲੇ, ਗਾਤਰਿਆਂ ਵਾਲੇ, ਜਿਹੜੇ ਧਾਰਮਿਕ ਕੰਮਾਂ 'ਚ ਹਿੱਸਾ ਲੈਣ ਵਾਲੇ, ਸੋਸ਼ਲ ਕੰਮਾਂ 'ਚ ਉਹਨਾਂ ਨੇ ਸਭ ਤੋਂ ਵੱਧ ਸਮਾਂ, ਕਿਉਂਕਿ ਸਿੱਖੀ ਸਿਖਾਉਂਦੀ ਸੋਸ਼ਲ, ਇਹ ਵੱਖਰੀ ਗੱਲ, ਸਾਡੇ ਕਰਮਕਾਂਡੀਆਂ ਨੇ ਸੇਵਾ ਦਾ ਅਰਥ ਸੰਗੋੜ ਦਿੱਤਾ, ਸੁੰਗੜ ਗਿਆ, ਪਰ ਗੁਰੂ ਸਾਹਿਬਾਨਾਂ ਨੇ ਤਾਂ ਬਹੁਤ ਵੱਡੇ ਪੱਧਰ ਤੇ ਇਸ ਕੰਮ ਨੂੰ ਪ੍ਰਚਾਰਿਆ। ਤਾਂ ਉਹ ਸਿੱਖੀ ਦੇ ਆਦਰਸ਼ ਦੀ ਪੂਰਤੀ ਹੀ ਕਰ ਰਹੇ ਨੇ ਕਿਤੇ ਨਾ ਕਿਤੇ, ਪਰ ਉਹਨਾਂ ਦੇ ਅੰਦਰ ਮਨੁੱਖਤਾ ਦਾ ਪਿਆਰ ਆ, ਉਹ ਗੁਲਾਮੀ ਕੱਢਣੀ ਚਾਹੁੰਦੇ ਨੇ ਦੇਸ਼ ਚੋਂ। ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹਨੂੰ ਐਕਸੈਪਟ ਕਰਨਾ ਚਾਹੀਦਾ। ਪਰ ਮੈਨੂੰ ਇੱਕ ਗੱਲ ਦਾ ਖਿਆਲ ਆਉਂਦਾ ਵੀ ਵੰਦੇ ਮਾਤਰਮ ਨੂੰ ਪਤਾ ਨਹੀਂ ਫਿਰ ਸਾਡੇ ਇਹ ਬੰਦੇ ਕਿਵੇਂ ਐਕਸੈਪਟ ਕਰ ਲੈਂਦੇ ਨੇ। ਗਦਰੀ ਬਾਬਿਆਂ ਦਾ ਨੇਤਰੇਮ ਇਹਨਾਂ ਨੂੰ ਬੁਰਾ ਲੱਗਦਾ, ਵੰਦੇ ਮਾਤਰਮ ਦਾ ਗੀਤ ਬਹੁਤ ਚੰਗਾ ਲੱਗਦਾ। ਇਹ ਉਹ ਵੀ ਦੱਸਣ ਵੀ ਉਹ ਕਿੱਥੋਂ ਆਈ ਸੀ, ਔਰ ਭਾਰਤ ਮਾਤਾ ਦੀ ਜਿਸ ਤਰ੍ਹਾਂ ਦੀ ਤਸਵੀਰ ਇਹਨਾਂ ਨੇ ਉਘਾੜ ਦਿੱਤੀ ਆ, ਇਹ ਉਹ ਵੀ ਦੱਸਣ ਵੀ ਇਹ ਕੀ ਇੱਕ ਦੇਵੀ ਜਾਂ ਇਹ ਕੀ ਇਹ ਕਨਸੈਪਟ ਕੀ ਆ ਇਹਦੇ ਪਿਛੋਕੜੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਉਹਨਾਂ ਦੇ ਜੋ ਸੁਪਨੇ ਨੇ ਉਹ ਪੂਰੇ ਕਰੀਏ ਤਾਂ ਅਸੀਂ ਉਹਨਾਂ ਦਾ ਅਸਲ ਸਤਿਕਾਰ ਬਹਾਲ ਕਰ ਸਕਦੇ ਹਾਂ। ਬਿਲਕੁਲ, ਕੋਈ ਸ਼ੱਕ ਨਹੀਂ ਜੀ। ਉਹ ਸੋਚਾਂ ਜਿਹੜੀਆਂ ਉਸ ਸਮੇਂ ਪ੍ਰਚਲਿਤ ਸਨ, ਜਿਹੜੀਆਂ ਚਾਹੁੰਦੀਆਂ ਸੀ ਕਿ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲਸ ਦਿੱਤੇ ਹੈਗੇ ਨੇ ਕਿ ਉਸ ਸਮੇਂ ਗੋਰੇ ਸਨ, ਉਹ ਚਾਹੁੰਦੇ ਸਨ ਉੱਥੇ ਕਿਹੋ ਜਿਹੀ ਰਾਜਨੀਤੀ ਜਿਹੜੀ ਸੀ, ਅੱਜ ਉਹੀ ਚੀਜ਼ਾਂ ਹੀ ਪ੍ਰਚਲਿਤ ਨੇ। ਤਾਂ ਜੋ ਕਨਸੈਪਟ ਸੀ ਉਸ ਪ੍ਰਤੀ ਜੇਕਰ ਅਸੀਂ ਸੁਹਿਰਦ ਹੋਵਾਂਗੇ ਤਾਂ ਫਿਰ ਉਹੀ ਸਹੀ ਸ਼ਰਧਾਂਜਲੀ ਹੋਏਗੀ ਨਾ ਗਦਰੀ ਬਾਬਿਆਂ ਨੂੰ, ਨਹੀਂ ਤਾਂ ਸਿਰਫ ਸੈਮੀਨਾਰਸ ਤੱਕ ਹੀ ਸੀਮਿਤ ਰਹਿ ਜਾਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 6046037555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰਨਾ harpreetsingh@gmail.com।
ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/ਹਰਪ੍ਰੀਤ ਸਿੰਘ ਸ਼ੋਅ ਤੇ ਵੀ ਜਾ ਕੇ ਦੇਖ ਸਕਦੇ ਹੋ। ਹਰਜਿੰਦਰ ਸਿੰਘ ਸਵਰਾਜ ਨਾਲ ਅਸੀਂ ਤਕਰੀਬਨ 7-8 ਪ੍ਰੋਗਰਾਮਸ ਕੀਤੇ ਨੇ, ਸਾਰੇ ਹੀ YouTube ਤੇ ਅਵੇਲੇਬਲ ਨੇ। ਜ਼ਰੂਰ ਜਾ ਕੇ ਦੇਖੋ, ਵਿਚਾਰੋ, ਕਿਉਂਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਸੇਧ ਮਿਲਦੀ ਹੈ। ਇਹ ਮਿਹਨਤ ਕਰਕੇ ਜਿਹੜੇ ਸਾਡੇ ਕੋਲ ਕਥਾਵਾਚਕ ਜਾਂ ਹੋਰ ਜਿਹੜੇ ਬੁੱਧੀਜੀਵੀ ਆਉਂਦੇ ਨੇ, ਉਹ ਕੁਝ ਸੋਚ ਲੈ ਕੇ ਆਉਂਦੇ ਨੇ, ਇੱਕ ਜਵਾਬ ਹੁੰਦਾ ਹੈ ਕਿਸੇ ਸਮੱਸਿਆ ਦਾ। ਸੋ ਸਮੱਸਿਆਵਾਂ ਨੂੰ ਜੇਕਰ ਅਸੀਂ ਹੱਲ ਕਰਨਾ ਚਾਹੁੰਦੇ ਹਾਂ ਤੇ ਇਹਨਾਂ ਸਾਰਿਆਂ ਦੇ ਵਿਚਾਰਾਂ ਰਾਹੀਂ ਇਹਨਾਂ ਨੂੰ ਸੁਣ ਕੇ ਆਪ ਅਸੀਂ ਫੈਸਲਾ ਕਰੀਏ ਕਿ ਸਹੀ ਕੀ ਹੋ ਰਿਹਾ ਤੇ ਗਲਤ ਕੀ ਹੋ ਰਿਹਾ, ਤੇ ਜੇਕਰ ਸਾਨੂੰ ਲੱਗ ਰਿਹਾ ਕੁਝ ਗਲਤ ਹੋ ਰਿਹਾ ਤਾਂ ਆਵਾਜ਼ ਜ਼ਰੂਰ ਬੁਲੰਦ ਕਰੀਏ, ਕਿਉਂਕਿ ਇਹੀ ਸੋਚ ਸਾਨੂੰ ਦਿੱਤੀ ਗਈ ਸਾਡੇ ਗੁਰੂਆਂ ਵੱਲੋਂ ਤੇ ਇਹੀ ਸੋਚ ਨੂੰ ਬਰਕਰਾਰ ਕੀਤਾ ਗਦਰੀ ਬਾਬਿਆਂ ਨੇ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।